Good morning everyone, myself Kajol from Brainmaker Coaching Classes। ਅੱਜ ਤੁਹਾਡੇ ਲਈ ਅਸੀਂ ਵੀਡੀਓਜ਼ ਲੈ ਕੇ ਆਏ ਹਾਂ ਜਿਹੜੇ ਸਟੂਡੈਂਟਸ ਹੈਗੇ ਤੁਹਾਨੂੰ ਗੁੱਡ ਨਿਊਜ਼ ਸੁਣਾ ਦਿੱਤੀ ਜਾਵੇ। ਪਹਿਲਾਂ ATT ਦਾ ਐਗਜ਼ਾਮ ਦੀ ਪੋਸਟਾਂ ਨਿਕਲ ਚੁੱਕੀਆਂ ਹੈ ਤਾਂ ਤੁਸੀਂ ਫਿਲ ਕਰ ਸਕਦੇ ਹੋ ਜਿਨ੍ਹਾਂ ਨੇ ਨਹੀਂ ਕੀਤਾ। ਤੇ ਟੋਟਲ ਆਪਣੀ ਸੀਟਸ ਹੈਗੀਆਂ 6665 ਕਿੰਨੀਆਂ ਕਾਫੀ ਸੀਟਸ ਹੈ मतलब कि 6635 सीट्स है ETT स्टूडेंट्स ने। ਤਾਂ ਉਸੇ ਰਿਲੇਟਡ ਜਿਹੜਾ ਸਾਡਾ ਟੌਪਿਕ ਆ ਰਿਹਾ ਉਹ ਆਪਣੇ ਸਟੂਡੈਂਟਸ ਲਈ ਕਿਦਾਂ ਲਈ ਆ ਰਹੇਗਾ, ETT ਵਾਲਿਆਂ ਦਾ ਲਈ ਜ਼ਰੂਰ ਆ ਰਿਹਾ ਹੈ, PTET ਵਾਲੇ ਸਟੂਡੈਂਟਸ ਹੈ ਉਹਨਾਂ ਲਈ ਵੀ ਹੈ ਤੇ CTET ਐਜ਼ ਵੈਲ ਐਜ਼, ਕਿਉਂਕਿ ਜਿਹੜਾ ਇਹ ਸਾਇੰਸ ਦਾ ਟੌਪਿਕ ਹੈ ਇਹ ਸਭ ਲਈ ਕਾਮਨ ਹੈ। ਜਿਹੜੇ ਇਹਨਾਂ ਦੇ ETT ਕੈਡਰ ਵਾਲੇ ਹੈ, ETT ਕੈਡਰ ਸੈਕਿੰਡ ਪੇਪਰ ਦੇ ਰਹੇ ਹੈ ਉਹਨਾਂ ਲਈ ਹੈ, ਤਾਂ ਉਹਨਾਂ ਦਾ ਥੋੜਾ ਜਿਹਾ ਲੈਵਲ ਕੀ ਹੋ ਜਾਂਦਾ ਆਪਣਾ ਅਪ। ਤੇ ETT ਜਿਹੜੇ PTET ਤੇ CTET ਦਾ ਫਰਸਟ ਪੇਪਰ ਦੇਣਾ ਬਲਕਿ ਸੈਕਿੰਡ ਪੇਪਰ ਤੁਸੀਂ ਕਹਿ ਸਕਦੇ ਹੋ ਨਾਰਮਲ ਵਾਲਾ ਪੇਪਰ ਦੇਣਾ, ਉਹਨਾਂ ਲਈ ਇਹ ਟੌਪਿਕ ਜ਼ਰੂਰੀ ਹੈ। ਤਾਂ ਤੁਹਾਨੂੰ ਮੈਂ ਯੂਜੂਅਲ ਯੂ ਨੋ ਦੈਟ ਆਈ ਟੀਚ ਯੂ ਸਾਇੰਸ। ਤੇ ਸਾਇੰਸ ਅੱਜ ਦਾ ਪਹਿਲਾ ਟੌਪਿਕ ਦਾ ਨਾਮ ਕੀ ਹੈ ਉਹ ਦੇਖ ਲਓ ਪਹਿਲਾਂ। ਮੈਟਰ ਇਨ ਆਵਰ ਸਰਾਊਂਡਿੰਗ। स्टूडेंट्स ਇਹ ਤਾਰਾ ETT ਐਸ ਵੈਲ ਐਸ PTET ਤੇ CTET ਦਾ ਅਸੀਂ ਪੈਡਾਗੋਗੀ ਕਰਾ ਚੁੱਕੇ ਹਾਂ, ਬਟ ਨਾਰਮਲ ਵਾਲੇ ਚੈਪਟਰਸ ਹਰੇ ਪੈਂਡਿੰਗ ਹੈ ਤਾਂ ਉਹਦਾ ਇਹ ਫਰਸਟ ਚੈਪਟਰ ਚੱਲ ਰਿਹਾ। ਤੇ ਜਿਨ੍ਹਾਂ ਨੂੰ ਇਹ ਵੀਡੀਓ ਪਸੰਦ ਆਉਂਦੀ ਹੈ ਪਲੀਜ਼ ਲਾਈਕ ਤੇ ਸਬਸਕ੍ਰਾਈਬ ਜ਼ਰੂਰ ਕਰਿਓ। ਤੇ ਆਨਲਾਈਨ ਕਲਾਸਿਸ ਵੀ ਇੱਥੇ ਆਪਾਂ ਦੇ ਰਹੇ ਹਾਂ, ਠੀਕ ਹੈ। ਜਿਨ੍ਹਾਂ ਨੂੰ MCQs ਐਸ ਵੈਲ ਐਸ ਨੋਟਸ ਵਗੈਰਾ ਚਾਹੀਦੇ ਆ, ਆਨਲਾਈਨ ਕਲਾਸਿਸ ਅਲੱਗ ਤੋਂ ਚਾਹੀਦੀਆਂ ਤਾਂ ਤੁਸੀਂ ਪਲੀਜ਼ ਕਮੈਂਟ ਸੈਕਸ਼ਨ ਜਾਂ ਤੁਹਾਨੂੰ ਕਨੈਕਟ ਕਰ ਸਕਦੇ ਹੋ। ਓਕੇ, ਸੋ ਲੈਟ ਵੀ ਸਟਾਰਟ ਦਿਸ ਚੈਪਟਰ। ਆਪਣੇ ਟੌਪਿਕ ਦਾ ਨਾਮ ਕੀ ਹੈ ਪਹਿਲਾਂ ਆਪਾਂ ਟੌਪਿਕ ਦੀ ਹੈਡਿੰਗ ਤੋਂ ਨਾਮ ਤੋਂ ਦੇਖਦੇ ਹਾਂ। ਮੈਟਰ। ਆਪਣੇ ਟੌਪਿਕ ਦਾ ਨਾਮ ਹੈਗਾ ਮੈਟਰ। ਜਿਹੜਾ ਮੈਟਰ ਹੈ ਇਹ ਕਿਵੇਂ ਵਰਡ ਮਤਲਬ ਕਿ ਜਦੋਂ ਆਪਣੇ ਆਲੇ ਦੁਆਲੇ ਚੀਜ਼ ਹੈ, ਜਿਵੇਂ we breathe, that is matter, that we is matter, this blackboard is a matter, we drink, we breathe, you can say that we eat, these are also our matter, this window, this door, everything is fan, bulb, tube, chalk, duster, everything is matter, everything is matter। ਜਿਹੜੇ ਆਪਣੇ ਆਲੇ ਦੁਆਲੇ ਹੁਣ ਪੰਜਾਬੀ ਦੱਸਾਂ ਜਿਹੜੇ ਕਿ ਆਲੇ ਦੁਆਲੇ ਆਪਣੀ ਜਿਹੜੀ ਸਾਰੀ ਚੀਜ਼ਾਂ ਹੈਗੀਆਂ ਆਪਾਂ ਉਹਨਾਂ ਨੂੰ ਕੀ ਕਹਿੰਦੇ ਆ ਮੈਟਰ। ਕੀ ਕਹਿੰਦੇ ਮੈਟਰ। ਮੈਟਰ ਇਨ ਆਵਰ ਸਰਾਊਂਡਿੰਗ। मैटर कहते अपने आले दुआले है, मतलब कि अपने नजदीक है। सराउंडिंग्स मींस अपने आले दुआले सारा मैटर है। हुण जेड़ा मैटर है, जेड़ा वर्ड मैटर है ओदा मतलब मैटर ही क्यों रखा गया, क्योंकि जेड़ा इहदे मैटर दे की हुंदा है ये वॉल्यूम कैरी करते हैं। वॉल्यूम मतलब दिस इज मैटर, दीस आर कंज्यूमिंग वन, ठीक है। जेड़े वॉल्यूम हुण मैटर दी ये जरूरी नहीं कि ब्लैक बोर्ड वगैरह ही मैटर है, नो। एवरी matter does not have any shape, not I said every, मतलब कि हर एक मैटर दी जरूरी नहीं शेप होवे वॉल्यूम होवे, ठीक है जी। हर किसी दी वॉल्यूम ते स्पेस नहीं हो सकती। फॉर एग्जांपल वी ब्रीथ, अब सांस लेने हैं तो सांस किथे रह रहे हैं, वो कितने स्पेस कैरी करे, यू नो दैट, नो वी डोंट नो। द मैटर ਜਿਹੜੇ ਆਪਣੇ ਆਲੇ ਦੁਆਲੇ ਹਰ ਚੀਜ਼ ਹੈ, ਹਰ ਇੱਕ ਛੋਟੀ ਤੋਂ ਛੋਟੀ ਚੀਜ਼ ਵੀ ਹੈ, ਉਹ ਕੀ ਕਹਿੰਦੇ ਆਪਾਂ ਉਹਨੂੰ ਮੈਟਰ ਕਹਿੰਦੇ ਆ। ਦਿਸ ਇਜ਼ ਦ ਡੈਫੀਨੇਸ਼ਨ ਆਫ ਮੈਟਰ ਕਿ ਜਿਹੜਾ ਮਾਡਰਨ ਡੇਜ਼ ਦੇ ਵਿੱਚ ਜਿਹੜੀ ਵਰਡ ਹੈ ਉਹ ਮੈਟਰ ਹੀ ਕਿਉਂ ਕਿਹਾ ਗਿਆ ਹੈ, ਕਿਉਂਕਿ ਇਹ ਕਲਾਸੀਫਿਕੇਸ਼ਨ ਮੈਟਰ ਦੀ ਕੀਤੀ ਗਈ ਹੈ ਔਨ ਦਾ ਬੇਸਿਸ ਆਫ ਫਿਜ਼ੀਕਲ ਪ੍ਰੋਪਰਟੀਜ਼ ਐਂਡ ਕੈਮੀਕਲ ਪ੍ਰੋਪਰਟੀਜ਼। ਹੁਣ ਤੁਸੀਂ ਫਿਰ ਮੈਂ ਐਗਜ਼ਾਮਪਲ ਦੇਣੀ ਤੁਹਾਨੂੰ ਰਿਪੀਟ। ਬਲੈਕਬੋਰਡ, ਵੀ ਬਰੀਥ, ਵੀ ਡਰਿੰਕ, ਵੀ ਤਿੰਨੋਂ ਚੀਜ਼ਾਂ ਹੀ ਅਲੱਗ-ਅਲੱਗ ਹੈ। ब्रीथ तक किहड़ी जगह ले रहे हैं, नो। ब्लैकबोर्ड चलो स्पेस ले रहे हैं, वॉल्यूम है। ये किथे है सब दा मतलब कि किवें आया ਤਾਂ ਇਸੇ ਦਾ ਕਰਕੇ ਸਾਇੰਟਿਸਟ ਨੇ ਕੀ ਕੀਤਾ ਮੈਟਰ ਨੂੰ ਡਿਵਾਈਡ ਕਰਤਾ। ਮੈਂ ਕਹਿੰਦੇ ਮੈਟਰ ਦਾ ਵੀ ਇਹ ਸਮਝਣਾ ਤਾਂ ਡੈਫੀਨੇਸ਼ਨਸ ਬੱਚਿਆਂ ਨੂੰ ਸਮਝਾਣੀ ਚਲੋ ਸਮਝਾ ਦੇਦਾ, ਫਿਰ ਤਾਂ ਉਹ ਕਹਿਣਗੇ ਸਾਰੀ ਚੀਜ਼ਾਂ ਹੀ ਮੈਟਰ ਹੈਗੀਆਂ ਵੀ ਹੈ, ਬਟ ਉਹਨਾਂ ਦੇ ਕਿਵੇਂ ਆਪਾਂ ਆਇਡੈਂਟੀਫਾਈ ਕਰਾਂਗੇ ਕਿਹੜਾ ਮੈਟਰ ਹੈ ਕਿਵੇਂ ਨਹੀਂ ਹੈ। ਸੋ ਇਹਨਾਂ ਨੇ ਕੀ ਕਿਹਾ ਆਪਣਾ ਮੈਟਰ ਕਹਿੰਦੇ ਤਿੰਨ ਟਾਈਪਸ ਦਾ ਹੁੰਦਾ ਹੈ, solid, liquid and gaseous। Matter is of
नॉइज किथे लिखी है, इथे लिख देने मैटर इज मेड अप ऑफ पार्टिकल्स। ओके, और पार्टिकल्स यू नो दैट पार्टिकल्स भी दो तरह के होंगे, ਕਿਹੜੇ ਕਿਹੜੇ? ਇੱਕ ਤਾਂ ਹੁੰਦੀ ਹੈ ਆਪਣੀ ਲਾਰਜ, ਸਮॉल, ਮੀਡੀਅਮ, ਐਵੇਂ ਤਾਂ ਤੁਸੀਂ ਬਹੁਤ ਲਗਾ ਦੋਗੇ ਤਾਂ ਇਟ ਇਜ਼ ਅਨਕਾਊਂਟੇਬਲ ਕਿ ਆਪਾਂ ਕਹ ਸਕਦੇ ਹਾਂ ਲਾਰਜ, ਵੈਰੀ ਸਮॉल, ਮੀਡੀਅਮ, बट बेसिकली पार्टिकल्स दो तरह के होंगे, या तो लार्ज या अपने स्मॉल, सॉरी दिस इज अ स्मॉल पार्टिकल्स। बट हर एक चीज जेडी मैटर वाली है वो किदे तो बनी होंगी? अपनी पार्टिकल्स तो। हर मैटर दी चीज कित्थों बनी होंगी? अपने पार्टिकल्स तो। फॉर एग्जांपल सॉलिड दी लेनी है था एग्जांपल दिस मार्कर, दिस इज मेड अप ऑफ पार्टिकल्स। ਇਹਨੂੰ ਟੁਕੜਾ ਕਰੋਗੇ ਤੁਸੀਂ, ਪਲਾਸਟਿਕ ਨੂੰ ਜਦੋਂ ਤੋੜ ਦਿੰਦੇ ਹੋ, ਪਲਾਸਟਿਕ ਨੂੰ ਤੋੜਦੇ ਹੋ ਤਾਂ ਕੀ ਹੁੰਦਾ? ਕਈ ਵਾਰ ਤਾਂ ਇੰਨਾ ਕੁ ਪਲਾਸਟਿਕ ਟੁੱਟ ਜਾਂਦਾ, ਕਈ ਵਾਰ ਐਵੇਂ ਕਿੰਨਾ ਹੋ ਜਾਂਦਾ, ਤੁਸੀਂ ਕਹਿੰਦੇ ਪੈਰਾਂ ਤੇ ਨਾ ਵੱਜੇ। ਕੰਚ ਦੀ ਐਗਜ਼ਾਮਪਲ ਹੈ, ਇਹ ਕੀ ਹੈ? ਸੋਲਿਡ ਹੈ। ਦਿਸ ਇਜ਼ ਦਾ ਸੋਲਿਡ ਪਾਰਟ ਮੈਟਰ ਆਪਾਂ ਕਿਹਾ ਸੀ ਕਲਾਸੀਫਾਈ ਕਿਵੇਂ ਕੀਤਾ? 3 ਫਾਰਮਸ ਦੇ ਵਿੱਚ, ਸੋਲਿਡ, ਲਿਕੁਇਡ, ਗੈਸ। ਦਿਸ ਇਜ਼ ਦਾ ਸੋਲਿਡ, it is consuming space, ਇਹਦਾ space ਵੀ ਲੈ ਰਿਹਾ, ਇਹਦੀ shape ਵੀ ਹੈਗੀ ਹੈ, ਇਹਦਾ volume ਵੀ ਹੈ। okay, this is a matter, solid matter। okay, now come to the liquid, you can see that this is a liquid। ਜਿਹੜਾ ਇਹ liquid ਹੈ ਇਹ ਕੀ ਹੈ? ਇਹਦੀ ਕੋਈ shape ਨਹੀਂ ਆ ਰਹੀ। ਹੁਣ ਤੁਸੀਂ ਐਂ ਕਰ ਲਓ, ਇਹ ਬਣ ਜਾਏਗਾ, ਸਿੱਧਾ ਕਰ ਲਓ, ਫਿਰ ਲੌਂਗ ਝੁਕ ਐਵੇਂ ਆ ਜਾਏਗਾ। ਇਹਦੀ ਵਾਟਰ ਦੀ ਕੋਈ ਸਪੇਸ ਨਹੀਂ ਹੈ, ਬਟ ਤੁਸੀਂ ਦੇਖੋ ਇਸ ਵੋਲਿਊਮ ਹੈ ਇਹਦਾ, ਇਹ ਥੋੜੀ ਸਪੇਸ ਤਾਂ ਰੋਕ ਰਿਹਾ ਨਾ, ਇਹਦੀ ਸ਼ੇਪ ਕੋਈ ਨਹੀਂ ਹੈ, ਬਟ ਇਟ ਇਜ਼ ਕੰਜ਼ਿਊਮਿੰਗ ਦਾ ਵੋਲਿਊਮ। ਇਹ ਬੋਟਲ ਦੀ ਸ਼ੇਪ ਲੈ ਸਕਦਾ ਹੈ, ਜੇ ਇਹਨੂੰ ਫ੍ਰੀਜ਼ ਕਰੋਗੇ ਤਾਂ ਇਹ ਬੋਟਲ ਦੀ ਸ਼ੇਪ ਲੈ ਜਾਊਗਾ, ਬਟ ਇਹ ਤੁਸੀਂ ਦੇਖੋ ਹਾਫ ਬੋਟਲ ਫਿਲਡ ਹੈ, ਹਾਫ ਵੀ ਨਹੀਂ ਤੁਸੀਂ ਕਹਿ ਸਕਦੇ ਹੋ, ਥੋੜਾ ਜਿਹਾ ਕੁਐਸਚਨ ਹੀ ਫਿਲਡ ਹੈ, ਠੀਕ ਹੈ। ਇਹ ਕੀ ਹੈ? ਵੋਲਿਊਮ ਫਿਲਡ ਹੈ, that is a liquid, they do not have defined shape and volume। come to the last one, gaseous ਕਿਵੇਂ small particles ਤੋਂ ਬਣੇ ਹੁੰਦੇ? we don't know, this is a dew, you can say that। ਇਹ ਥੋੜਾ ਜਿਹਾ ਤੁਸੀਂ dew ਕਦੋਂ ਵੀ ਛਿੜਕੋਗੇ, ਮਿਲਕ ਕभी यूज करते हो ਤਾਂ ਉਦੋਂ ਵੀ ਕੀ ਹੁੰਦਾ ਹੈ? ਇਹਦੇ ਥੋੜੇ ਪਾਰਟੀਕਲਸ ਆਉਂਦੇ, it is not visible I think so for you, but you can do this experiment at your home also। ਤਾਂ ਇਹਦੇ ਕੀ ਹੋਣਗੇ? ਜਿਹੜੇ ਪਾਰਟੀਕਲਸ ਹੈ ਤੁਸੀਂ ਦੇਖੋ 에ਅਰ ਦੇ ਵਿੱਚ ਇਹ ਮਿਕਸ ਅਪ ਹੋ ਗਏ, ਇਹਦੇ ਜਿਹੜਾ ਬਾਹਰ ਵਾਲਾ ਪਾਰਟ ਸੀ ਉਹ ਸਾਰਾ ਮੈਟਲ ਤੋਂ ਬਣਿਆ ਸੀ, that is solid, but ਜਿਹੜੀ ਆਪਾਂ ਚੀਜ਼ ਯੂਜ਼ ਕੀਤੀ ਤਾਂ that is called gas, ਆਪਾਂ ਡਿਓ ਛਿੜਕਦੇ ਆ ਉਦੋਂ ਵਾਟਰ ਨਹੀਂ, ਜਸਟ ਉਹਦੇ ਕੀ ਹੁੰਦਾ? ਪੰਪਡ ਗੈਸ ਦੇ ਫਾਰਮਸ ਨਿਕਲਦੀਆਂ ਬਾਹਰ, ਜਿਹੜੀ ਕਿ ਆਪਾਂ ਯੂਜ਼ ਕਰਦੇ ਆ ਐਜ਼ ਅ ਗੈਸੀਅਸ ਸਟੇਟ। ਓਕੇ, ਨੈਕਸਟ ਆਪਾਂ ਕੀ ਕਰਦੇ ਆ ਨਾ, ਕਰੈਕਟਰਿਸਟਿਕਸ ਪੜ੍ਹਦੇ ਆ। ਇੱਕ ਤਾਂ ਇਹ ਤਾਂ ਹੋ ਗਿਆ, ਤੁਹਾਨੂੰ ਕਲਾਸੀਫਿਕੇਸ਼ਨ ਦੱਸਿਆ ਮੈਟਰ ਦੀਆਂ 3 ਹੋਣਗੀਆਂ, ਸੋਲਿਡ, ਲਿਕੁਇਡ, ਗੈਸ। ਦਿਸ ਇਜ਼ ਇਹਦੀ ਥੋੜੀ ਹੋਰ ਵੀ ਡਿਟੇਲ ਕਰਾਂਗੇ ਅੱਗੇ ਆਪਾਂ ਇਸ ਟੌਪਿਕ ਦੇ ਵਿੱਚ, ਇਹਦੀ ਅੱਗੇ ਹੋਰ ਡਿਟੇਲ ਕਰਾਂਗੇ ਸਟੇਟ ਆਫ ਮੈਟਰਸ ਦੀ। ਓਕੇ, ਪਹਿਲਾਂ ਆਪਾਂ ਕਰਦੇ ਆ ਕਰੈਕਟਰਿਸਟਿਕਸ ਆਫ ਪਾਰਟੀਕਲਸ ਆਫ ਮੈਟਰ। ਕਰੈਕਟਰਿਸਟਿਕਸ ਕੀ ਹੁੰਦਾ ਹੈ? ਜਿਵੇਂ ਮਤਲਬ ਕਿ ਇਹਨਾਂ ਦੇ ਕੀ ਕਾਰਨ ਹੈ, ਮੈਟਰ ਦੀ ਕਰੈਕਟਰਿਸਟਿਕ ਕੀ ਹੈਗੀ ਹੈ? ਕਹਿੰਦੇ ਹਰ ਚੀਜ਼ ਜਿਹੜੀ ਹੁੰਦੀ ਹੈ ਉਹ ਕਿਹਦੇ ਬਣੀ ਹੁੰਦੀ ਹੈ? ਸੌਰੀ, ਪਾਰਟੀਕਲਸ ਤੋਂ ਬਣੀ ਹੁੰਦੀ ਹੈ, ਭਾਵੇਂ ਸਮਾਲ ਪਾਰਟੀਕਲਸ ਤੋਂ ਬਣੀ ਹੋਵੇ ਚਾਹੇ ਉਹ ਲਾਰਜ ਪਾਰਟੀਕਲਸ ਤੋਂ ਬਣੇ, ਇਵਨਲੀ ਉਹ ਡਿਸਟ੍ਰੀਬਿਊਟ ਹੁੰਦੀ ਹੈ ਆਪਣੇ ਵਾਟਰ ਦੇ ਵਿੱਚ। ਫॉर ਐਗਜ਼ਾਮਪਲ ਵਾਟਰ ਕਿੱਥੋਂ ਬਣਦਾ ਹੈ? ਆਪਾਂ ਇੱਥੋਂ ਰੱਖ ਕਰ ਦਿੰਦੇ, ਸਭ ਨੂੰ ਪਤਾ ਹੋਣਾ ਹੈ ਵਾਟਰ ਦਾ ਫਾਰਮੂਲਾ ਹੁੰਦਾ ਹੈ H2O। ਇਹਦੇ ਵਿੱਚ H ਦੇ ਕਿੰਨੇ ਪਾਰਟੀਕਲਸ ਹੁੰਦੇ ਹਨ? 2, ਤੇ ਆਕਸੀਜਨ ਮਿਡਲ, ਇਹ ਬੈਂਡਡ ਸ਼ੇਪ ਦੀ ਬਣਦੀ ਹੁੰਦੀ ਹੈ। ਇਹ ਕਹਿੰਦੇ ਸਮਾਲ ਪਾਰਟੀਕਲਸ ਹੁੰਦੇ ਆ, ਬਟ ਇਹ ਦੂਸਰੇ ਪਾਰਟੀਕਲਸ ਨਾਲ ਕੰਬਾਈਨਡ ਹੋ ਕੇ ਵੀ ਇੱਕ ਚੀਜ਼ ਬਣਾ ਦਿੰਦਾ ਹੈ, that is a characteristics of matter। for example ਆਪਾਂ DO ਦੀ ਲਗਾ ਲਈਏ, ਹੁਣੇ ਆਪਾਂ ਦੇਖਿਆ ਸੀ ਬਾਹਰ ਵਾਲੀ ਚੀਜ਼ ਕੀ ਸੀ? ਸੋਲਿਡ, ਅੰਦਰ ਵਾਲੀ ਚੀਜ਼ ਕੀ ਸੀ? ਗੈਸਸ, ਠੀਕ ਹੈ ਜੀ। ਤਾਂ ਇਹ ਕੀ ਹੈ? ਹਰ characteristics ਕੀ ਹੈ? they have a space between them, ਇਹਨਾਂ ਸਭ ਦੇ ਵਿੱਚ ਇੱਕ ਸਪੇਸ ਹੁੰਦੀ ਹੈ ਕਿ ਇਹਨਾਂ ਆਪਾਂ ਪਾਰਟੀਕਲ ਸ਼ੇਅਰਸ ਕਰਨੇ। ਕਹਿੰਦੇ particles of matter attract each other, obviously yes, these play in the मतलब कि these are attract to each other। for example
ਪਾਰਟੀਕਲਸ ਨਾਲ ਕੀ ਹੈ ਅਟਰੈਕਟਡ ਹੁੰਦੇ ਆ these are attracted to each other so they formed a new structure or new elements okay so they are attracted to each other okay good states of matter ਬਾਰੇ ਆਪਾਂ ਤੁਹਾਨੂੰ ਦੱਸ ਚੁੱਕੀ ਹਾਂ ਮੈਂ so we are going to study about the first topic solid ਆਪਾਂ ਹੁਣ solid ਦੀ ਥੋੜੀ ਡਿਟੇਲ ਸਟੱਡੀ ਕਰ ਲੈਂਦੇ ਹਾਂ solid ਕੀ ਹੁੰਦਾ ਹੈ ਹੁਣੇ ਮੈਂ ਤੁਹਾਨੂੰ ਦੱਸਿਆ ਸੀ ਜਿਹੜਾ solid ਹੁੰਦਾ ਹੈ ਉਹਨਾਂ ਦੀ ਇੱਕ defined shape ਹੁੰਦੀ ਹੈ they have defined shape solids have a defined shape ਕੋਈ ਵੀ solid ਦੀ example ਲੈਣੀ ਹੈ this is solid metal marker is a solid window is a solid blackboard is solid all things are this is solid ਇਹ ਕੀ ਕਹਿੰਦੇ ਇੱਕ ਕੰਪਰੈਸ ਕਰ ਲਓ ਚਾਹੇ ਇਹਨਾਂ ਦੀ ਸ਼ੇਪ ਜਿਵੇਂ ਰਬੜ ਬੈਂਡ ਹੈ ਤੁਸੀਂ ਰਬੜ ਬੈਂਡ ਨੂੰ ਕੀ ਕਹੋਗੇ ਸੋਲਿਡ ਹੈ ਜਾਂ ਲਿਕੁਇਡ these are solid ਕਿਉਂਕਿ ਉਹਨੂੰ ਕੰਪਰੈਸ ਕਿੰਨਾ ਮਰਜ਼ੀ ਕਰ ਲਓ ਆਦੀ ਸ਼ੇਪ 'ਚ ਹੀ ਚਲਾ ਜਾਂਦਾ ਹੈ we are talking about solids we are not talking about metals or non metals ਕਿ ਉਹ ਡਕਟਿਲਿਟੀ ਹੁੰਦੀ ਹੈ ਸਨੋਡਸ ਹੁੰਦੀ ਹੈ ਕਿ no we are talking about just matter solid matter ਕਿ ਉਹ ਕਿਵੇਂ ਮਤਲਬ ਕਿ ਐਕਸਪੈਂਡ ਹੋ ਸਕਦੀ ਹੈ ਇਹ ਕਹਿੰਦੇ ਉਹਦੀ ਇੱਕ ਡਿਫਾਈਨਡ ਸ਼ੇਪ ਹੁੰਦੀ ਹੈ ਡਿਫਾਈਨਡ ਸ਼ੇਪ ਡਿਫਾਈਨਡ ਵੋਲਿਊਮ all solids have defined shape for example a solid ਜਿਵੇਂ ਹੁਣ ਨਮਕ ਲਾ ਲਓ salt ਲਗਾ ਲਓ ਇਹ ਕਿੱਥੋਂ ਬਣਿਆ ਹੁੰਦਾ ਹੈ ਛੋਟੇ ਛੋਟੇ ਪਾਰਟੀਕਲਸ small particles ਤੋਂ ਬਣਿਆ ਹੁੰਦਾ ਹੈ small particles are made up of salt is made up of small particles you can say that this is solid है छोटे particles ਤੋਂ ਬਣਿਆ the particles are very loosely packed or very tightly packed in solid ਹਮੇਸ਼ਾ solid ਦੇ ਵਿੱਚ ਜਿਹੜੇ particles ਹੁੰਦੇ ਆ ਉਹ ਬਹੁਤ tightly filled ਹੁੰਦੇ ਆ I show you the structure also this is solid very tightly मतलब जिन्हें मर्जी ठीक है I think so you can understand these are attracted towards very tightly ਇੱਕ ਦੂਜੇ ਨਾਲ ਇਹ ਐਟਮਸ ਬਹੁਤ ਟਾਈਟਲੀ ਇੱਕ ਦੂਜੇ ਨੂੰ ਜੁਆਇਨ ਕੀਤਾ ਹੁੰਦਾ ਤਾਂ ਕਿ ਇਹ ਸੋਲਿਡ ਦੇ ਪਾਰਟੀਕਲਸ ਬਣ ਸਕਣ ਇਹਦਾ ਇੱਕ ਫਿਕਸ ਵੋਲਿਊਮ ਹੁੰਦਾ ਹੈ ਇਹ ਕੀ ਹੁੰਦਾ ਇਹਦਾ ਇੱਕ ਫਿਕਸ ਵੋਲਿਊਮ ਨਹੀਂ ਕਹਿ ਸਕਦੇ ਤੁਸੀਂ ਇਹ ਕਹਿ ਸਕਦੇ ਹੋ they have same shapes ਠੀਕ ਹੈ shapes ਹੈ ਹਰ ਇੱਕ ਮੋਲੀਕਿਊਲ ਦਾ ਤੁਸੀਂ ਜੇ ਨਮਕ ਨੂੰ ਧਿਆਨ ਨਾਲ ਦਿੱਤਾ ਹੋਣਾ ਤਾਂ ਉਹਦਾ ਮੈਨੂੰ ਲੱਗਦਾ ਇੱਕ ਡਾਟ ਜਿੰਨਾ ਹੀ ਹੋਣਾ ਡਾਟ ਵੀ ਵੱਡੀ ਪੈਗੀ ਇੰਨਾ ਕੁ ਡਾਟ ਜਿਹਾ ਹੀ ਹੋਊਗਾ मतलब इन्ना वो टाइटली मतलब कि इन्ना को पार्टिकल्स होंगे जेड़ा कि एक दूसरे ना अट्रैक्ट करके कितना कुछ बना देंगे ओके सो लेट नेक्स्ट टॉपिक इज जस्ट नोट डाउन ओके गाइस नेक्स्ट अपना टॉपिक है लिक्विड लिक्विड एज यू नो दैट तुसी लिक्विड देखे ही होना कि हर एक फोन ਇਹ ਜਿਵੇਂ ਮਤਲਬ ਕਿ ਜਿਵੇਂ ਤੁਹਾਨੂੰ ਐਗਜ਼ਾਮਪਲ ਹੈ ਇਸ ਵਾਟਰ ਦੀ ਇਹਨੂੰ ਜਿਵੇਂ ਵੀ ਮਰਜ਼ੀ ਸ਼ੇਪ ਨਾਲ ਲੈ ਕੇ ਆ ਸਕਦੇ ਆ ਅਕੋਰਡਿੰਗ ਟੂ देयर ਕੰਟੇਨਰ ਕਿ ਜਿਹੜਾ ਵੀ ਕੰਟੇਨਰ ਦੀ ਇਹ ਸ਼ੇਪ ਲੈ ਸਕਦਾ ਹੈ ਜਿਵੇਂ ਦਾ ਕੰਟੇਨਰ ਹੈ ਫॉर ਐਗਜ਼ਾਮਪਲ ਤੁਸੀਂ ਬਰਫ਼ ਦਾ ਗੋਲਾ ਖਾਂਦੇ ਹੋ ਜਾਂ ਮਤਲਬ ਕਿ ਆਈਸਕ੍ਰੀਮ ਵਗੈਰਾ ਖਾਂਦੇ ਹੋ ਦੈਟ ਇਜ਼ ਲਿਕੁਇਡ ਮਤਲਬ ਲਿਕੁਇਡ ਹੁੰਦਾ ਫਲੂਇਡ ਹੁੰਦਾ ਹੈ ਤਾਂ ਉਹਨੂੰ ਤੁਸੀਂ ਜਿਹੜੀ ਸ਼ੇਪ 'ਚ ਬਣਾਉਂਦੇ ਹੋ ਚਾਹੇ ਹਾਰਟ ਦੀ ਸ਼ੇਪ 'ਚ ਹੋਵੇ ਚਾਹੇ ਇੱਕ मतलब कि छोटे बच्चे अलग अलग शेप सिखाते हैं मैंगो आंदा सी है ना होर ही बड़ी शेप रेक्टेंगल ट्रायंगल सी शेप के आइसक्रीम्स बहुत तरह की टाइप से आती हैं तो वो जो लिक्विड है अकॉर्डिंग टू देयर कंटेनर दे अज्यूम दैट स्पेस बिकॉज दे डू नॉट हैव अ रिजिड वॉल्यूम उन्होंने कोई रिजिड वॉल्यूम नहीं होता तो वॉल्यूम जिवें मतलब कि उन्हें मिक्स करोगे उतना ही वॉल्यूम कैरी कर लेगा दैट इज कॉल्ड लिक्विड कहते फ्लूइड का मतलब होता है फ्लूइड मतलब कि उन्हें डिफाइंड शेप तुसी बना सकते हो दे हैव शेप but they do not have defined shape according to them we can define their shape by ohms ਆਪਾਂ ਆਪਦੀ ਸ਼ੇਪ ਦੇ ਸਕਦੇ ਹਾਂ ਉਹਨਾਂ ਨੂੰ ਜਿਵੇਂ ਮਤਲਬ ਕਿ ਰੱਖੋਗੇ ਫ੍ਰੀਜ਼ਰ ਦੇ ਵਿੱਚ ਫॉर एग्जांपल ਤੁਸੀਂ ਆਈਸ ਕਿਊਬ ਵੀ ਦੇਖਿਆ
ਡੱਬਾ ਵੀ देखा होना बर्फ वाला, तो उन्होंने को जे बाजार जाओगे तो कोल इन्ना कोल होंदा तो वो की चीज़ है इस ਉਹਦੇ ਤੇ ਡਿਪੈਂਡ ਕਰਦਾ ਹੈ ਕਿ ਆਪਾਂ ਉਹਦੀ ਸ਼ੇਪ ਕਿਹੜੀ ਲੈ ਕੇ ਜਾ ਰਹੇ ਹਾਂ, ਕਿਵੇਂ ਲੈ ਕੇ ਜਾ ਰਹੇ ਹਾਂ। ਤਾਂ ਇਹ ਕੀ ਹੁੰਦੇ ਆ ਜਿਹੜੇ ਫਲੂਇਡ ਵਾਲੇ ਹੁੰਦੇ ਆ, ਤੁਸੀਂ ਆਰਾਮ ਨਾਲ ਦੇਖਿਆ ਨਾ ਇਹ ਐਵੇਂ ਐਵੇਂ ਫਲੋਟ ਕਰ ਜਾਂਦਾ, ਜਿਵੇਂ ਹੁੰਦੇ ਤੁਹਾਨੂੰ ਮੈਂ ਵਾਟਰ ਦੇ ਵਿੱਚ ਦਿਖਾਇਆ ਸੀ ਜੀ। ਤਾਂ ਇਹਦੇ ਵਿੱਚ ਕੀ ਹੁੰਦੇ ਆ, ਇਹ ਥੋੜੇ ਜਿਹੇ ਪਾਰਟੀਕਲਸ ਲੂਜ਼ਲੀ ਪੈਕਡ ਹੁੰਦੇ ਆ, these are loosely packed। they are loosely packed। liquid are always loosely packed। ਕੀ ਹੁੰਦੇ ਇਹ ਲੂਜ਼ਲੀ ਪੈਕਡ ਹੁੰਦੇ ਆ, ਤਾਂ ਈਜ਼ੀਲੀ ਆਪਾਂ ਇਹਨੂੰ ਕੀ ਕਰ ਸਕਦੇ ਆ, ਫਲੂਇਡ ਨੂੰ ਉਵੇਂ ਮਿਕਸ ਅਪ ਕਰ ਸਕਦੇ ਆ ਜਿਵੇਂ ਦੀ ਉਹਨਾਂ ਨੇ ਸ਼ੇਪ ਚਾਹੀਦੀ ਹੈ। ਠੀਕ ਹੈ ਜੀ, ਇਹ ਅਕੋਰਡਿੰਗ ਟੂ them ਮੈਂ ਕੀ ਡਿਪੈਂਡ ਕਰਦਾ ਹੈ। ਹੁਣ ਲਾਸਟ ਆਪਣਾ ਟੌਪਿਕ ਕੀ ਆਉਂਦਾ ਹੈ, ਗੈਸਿਸ। ਗੈਸਿਸ ਦੇ ਵਿੱਚ ਹੁੰਦਾ ਮੈਂ ਦਿਖਾਇਆ ਸੀ ਜਦੋਂ ਡੀਓ ਆਪਾਂ ਉਹਨੂੰ ਕੀ ਕਰਦੇ ਆ, ਪੁਸ਼ मतलब कि ਉਹਨੂੰ ਚਲਾਉਂਦੇ ਆ ਆਪਾਂ, ਉਹਨੂੰ ਪ੍ਰੈਸ ਕਰਦੇ ਆ, ਤਾਂ ਉਦੋਂ ਕੀ ਹੁੰਦਾ ਉਹਦੇ ਪਾਰਟੀਕਲਸ ਬਾਹਰ ਨਿਕਲਦੇ। ਫॉर ਐਗਜ਼ਾਮਪਲ ਕੋਈ ਵੀ ਤੁਸੀਂ ਕੋਕ ਦੀ ਬੋਟਲ ਹੈ, ਜਦੋਂ ਉਹਨੂੰ ਤੁਸੀਂ ਓਪਨ ਕਰਦੇ ਹੋ ਜਾਂ ਡੀਓ ਨੂੰ ਪ੍ਰੈਸ ਕਰਦੇ ਹੋ ਤਾਂ ਉਹਦੇ ਫਲੂਇਡਸ ਬਾਹਰ ਨਿਕਲਦੇ ਆ ਨਾ, which gives us fragrance। ਠੀਕ ਹੈ, ਤਾਂ ਉਸੇ ਤਰ੍ਹਾਂ ਕੀ ਹੈ, ਉਹ ਛੋਟੇ ਛੋਟੇ ਪਾਰਟੀਕਲਸ ਹੈ। ਓਕੇ, ਬਹੁਤ ਛੋਟੇ ਛੋਟੇ ਪਾਰਟੀਕਲਸ ਹੈ, ਉਹਨਾਂ ਦੀ ਫ੍ਰੀ ਮੂਵਮੈਂਟ ਹੈ, ਉਹ ਕਿੱਥੇ ਮਰਜ਼ੀ ਮੂਵ ਕਰ ਸਕਦੇ ਆ। they do not need a defined shape and defined volume। they are not carrying any shape and not any volume। ਉਹ ਕੀ ਹੈ, ਨਾ ਹੀ ਕੋਈ ਵੋਲਿਊਮ ਲੈਂਦੇ ਆ ਨਾ ਹੀ ਕੋਈ ਸ਼ੇਪ ਲੈਂਦੇ ਆ, ਉਹ ਜਿਵੇਂ ਤੁਸੀਂ ਮਤਲਬ ਕਿ ਫ੍ਰੀ ਮੂਵਮੈਂਟ ਹੈ, ਜਿਵੇਂ ਉਹਨੂੰ ਪ੍ਰੈਸ ਕਰੋਗੇ they are move in all directions। they do not have and then move in defined directions। they can move in any directions। okay, for example ਕੋਕ ਦੀ ਬੋਟਲ ਹੈ, ਕੋਕ ਦੀ ਬੋਟਲ ਤੁਸੀਂ ਖੋਲੋਗੇ ਤਾਂ ਉਹਦੇ ਵਿੱਚ ਕੀ ਨਿਕਲਦੇ ਆ, ਆਪਣੀ ਗੈਸ ਉੱਪਰ ਨਿਕਲਦੀ ਹੈ। ਜਦੋਂ ਉਹਨੂੰ ਆਪਾਂ ਪ੍ਰੈਸ ਐਵੇਂ ਕਰਦੇ ਆ, ਹਿਲਾਉਂਦੇ ਹੋ ਤੁਸੀਂ, ਤਾਂ ਉਹਦੀ ਗੈਸ ਜਦੋਂ ਉਹਨੂੰ ਬਟਨ ਢੱਕਣ ਨੂੰ ਖੋਲਦੇ ਹੋ ਤਾਂ ਉਦੋਂ ਕੀ ਹੈ, ਤੁਹਾਡੀ ਗੈਸ ਬਾਹਰ ਨਿਕਲਦੀ ਹੈ। ਗੈਸ ਬਾਹਰ ਨਿਕਲਦੀ ਹੈ ਕਿਉਂਕਿ ਉਹ ਕੀ ਹੈ, ਗੈਸੀਅਸ ਹੈ, ਉਹਨਾਂ ਨੂੰ ਕੀ ਚਾਹੀਦਾ, ਇੱਕ ਫ੍ਰੀ ਮੂਵਮੈਂਟ ਚਾਹੀਦੀ ਹੈ। ਇੱਕ ਫ੍ਰੀ ਮੂਵਮੈਂਟਸ ਕੀ ਗੈਸ ਕਿਸੇ ਵੀ ਮੂਵਮੈਂਟ ਤੇ ਚੱਲ ਸਕਦਾ ਹੈ। ਫॉर ਐਗਜ਼ਾਮਪਲ ਜਦੋਂ ਤੁਸੀਂ ਕੋਈ ਪੇਪਰ ਬਰਨ ਕਰਦੇ ਹੋ, that paper is solid। ਜਦੋਂ ਉਹਨੂੰ ਬਰਨ ਕਰਦੇ ਇੱਕ ਆਵਾਜ਼ ਆਉਂਦੀ ਹੈ, ਮਤਲਬ ਕਿ ਆਬਵੀਅਸਲੀ ਸਭ ਨੇ ਸੁਣੀ ਹੋਣੀ ਹੈ, ਇੱਕ ਆਵਾਜ਼ ਆਉਂਦੀ ਹੈ। ਠੀਕ ਹੈ, ਜਿਹੜੀ ਉਹਦੀ ਸਾਊਂਡ ਹੁੰਦੀ ਹੈ ਉਹ ਕਿਉਂ ਆਉਂਦੀ ਹੈ, ਕਿਉਂਕਿ ਉਹਦੇ ਵਿੱਚ ਕੀ ਹੁੰਦਾ, ਆਪਣੇ ਹਾਈਡਰੋਜਨ ਗੈਸ। ਕਿਹੜੀ ਗੈਸ ਹੁੰਦੀ ਹੈ, ਹਾਈਡਰੋਜਨ ਗੈਸ। ਇਹ ਤੁਹਾਨੂੰ ਕੁਐਸਚਨਸ ਆ ਸਕਦੇ ਹਨ ਜਦੋਂ ਵੀ ਕੁਝ ਬਰਨ ਕਰਦੇ ਹੋ, ਪੌਪ ਅਪ ਸਾਊਂਡ ਆਉਂਦੀ ਹੈ ਜਦੋਂ, ਤਾਂ ਉਦੋਂ ਮਤਲਬ ਕਿ ਕਿਹੜੀ ਗੈਸ ਬਾਹਰ ਨਿਕਲਦੀ ਹੈ, ਆਪਣੀ ਹਾਈਡਰੋਜਨ ਗੈਸ। ਹਾਈਡਰੋਜਨ ਗੈਸ। ਤੇ ਗੈਸੀਅਸ ਦੇ ਵਿੱਚ ਹੁਣ ਉਹਦੀ ਸਟਰਕਚਰ ਦੇਖਣੀ ਹੋਵੇ ਤਾਂ ਗੈਸੀਅਸ ਦੀ ਸਟਰਕਚਰ ਕਿਵੇਂ ਹੁੰਦੀ ਹੈ, ਜਸਟ ਵੇਟ ਅ ਸੈਕਿੰਡ। ਜਦੋਂ ਗੈਸੀਅਸ ਹੁੰਦਾ ਉਦੋਂ ਕੀ ਹੁੰਦੀ ਹੈ ਸਟਰਕਚਰ, ਵੈਰੀ ਲੂਜ਼ਲੀ, ਦੇ ਆਰ ਵੈਰੀ ਲੂਜ਼ਲੀ ਪੈਕਡ। ਕਿਉਂਕਿ ਇਹਨਾਂ ਦੀ ਮੂਵਮੈਂਟ ਇਹ ਕਿਸੇ ਤੇ ਡਿਪੈਂਡ ਨਹੀਂ ਰਹਿੰਦੇ, ਨਾ ਇੱਕ ਦੂਜੇ ਦੇ ਪਾਰਟੀਕਲਸ ਤੇ ਡਿਪੈਂਡ ਰਹਿੰਦੇ। ਦੇ ਆਰ ਫ੍ਰੀ ਟੂ ਮੂਵ, they are free to move so that they are called gaseous state। okay, next ਜਿੰਨਾ ਵੀ ਸਟੂਡੈਂਟਸ ਨੂੰ ETT ਦਾ ਪੇਪਰ ਦੇ ਰਿਹਾ, ECAT ਦਾ, PTET ਦਾ, CTET ਦਾ ਪੇਪਰ ਦੇ ਰਹੇ ਨੇ, ਤਾਂ ਉਹਨਾਂ ਨੂੰ ਪਲੀਜ਼ MCQs ਚਾਹੀਦੀ ਹੈ। ਤੇ ਇਹਨਾਂ ਦੇ ਪੇਪਰ PTET ਤੇ CTET ਦੇ ਸਟੂਡੈਂਟਸ ਆ ਰਹੇ ਹੈ, ਪੇਪਰ ਜ਼ਰੂਰ ਆਏਗਾ ਇਨ ਅਪਰੋਕਸ ਦਿਸੰਬਰ ਜਾਂ ਅਕਤੂਬਰ ਦੇ ਪੇਪਰ ਵਿੱਚ, ਅਕਤੂਬਰ ਕਹਿ ਲਓ, ਨਵੰਬਰ ਕਹਿ ਲਓ, ਦਿਸੰਬਰ ਦੇ ਵਿੱਚ ਇਹ ਤੁਹਾਡਾ ਪੇਪਰ ਜ਼ਰੂਰ ਆਏਗਾ। ਐਂਡ ਦਿਸ ਇਜ਼ ਦ ਚਾਂਸ ਟੂ ਫਿਲ ਯੋਰ ਡ੍ਰੀਮਸ। ਤਾਂ ਸਟੂਡੈਂਟਸ ਪਲੀਜ਼ ਜਿਨ੍ਹਾਂ ਨੇ ਇਹ ਹਾਇਰ ਨਹੀਂ ਕੀਤੇ ਕਲਾਸਿਸ ਲਈ, ਪਲੀਜ਼ ਉਹ ਇਹ ਕਲਾਸਿਸ ਹਾਇਰ ਕਰ ਸਕਦੇ ਆ। ਤੁਹਾਨੂੰ ਅਸੀਂ ਤਿਆਰੀ ਪੂਰੀ ਕਰਾਵਾਂਗੇ, MCQs ਵਗੈਰਾ ਦੇ ਟੌਪਿਕਸ ਦੇ ਨੋਟਸ ਤੁਹਾਨੂੰ ਪ੍ਰੋਪਰਲੀ ਮਿਲਣਗੇ। ਨੋ ਡਾਊਟ you will be understand the topic very well। okay, chalo like we continue next topic is, can matter change their state? Can matter change their state? What is the meaning of this? Can matter change their state? How? Matter अपनी state किमें change कर सकता है? पहला तो ये पता ना matter के states की
गैस च हो सकती है, सॉलिड वाली डायरेक्ट गैस च हो सकती है। कैन बी दिस चेंज? ऑफ कोर्स यस, इट कैन बी चेंज। ताड़ा आंसर क्या आएगा? यस, वी कैन चेंज दिस मैटर। बट नाउ द क्वेश्चन इज अराइज हाउ, किवें ਇਹ ਕਿਵੇਂ ਚੇਂਜ ਕਰ ਸਕਦੀ ਹਾਂ ਆਪਣੀਆਂ? ਹੁਣ ਜਿਵੇਂ ਬਲੈਕ ਬੋਰਡ ਹੈ, ਇਹ ਲਿਕੁਇਡ ਚ ਕਿਵੇਂ ਬਣ ਜਾਊਗੀ? ਨਹੀਂ ਪੋਸੀਬਲ ਹੀ ਨਹੀਂ। ਗੈਸ ਚ ਕਿਵੇਂ ਬਣ ਜਾਊਗੀ? नो, दिस इज नॉट पॉसिबल। ਤਾਂ ਤੁਸੀਂ ਦੱਸੋ ਹੁਣ ਕੀ ਬਣੇਗਾ? ਇਹਦਾ ਕੋਈ ਕੁਐਸਚਨ ਹੀ ਬੜਾ ਅਜੀਬ ਜਿਹਾ ਆ ਗਿਆ। ਚਲੋ ਹੁਣ ਤੁਹਾਨੂੰ ਇੱਕ ਚੀਜ਼ ਐਗਜ਼ਾਮਪਲ ਦੇਣੀ ਹੈ। ਆਪਾਂ ਬਲੈਕ ਬੋਰਡ ਹੀ ਕਿਉਂ ਲੈਣਾ ਆਪਾਂ? ਹੋਰ ਬਹੁਤ ਕਾਮਨ ਐਗਜ਼ਾਮਪਲ ਹੈ। ਇਹਨਾਂ ਨੇ ਇਹ ਨਹੀਂ ਕਿਹਾ ਤੁਹਾਨੂੰ ਸਪੈਸੀਫਿਕਲੀ ਬਲੈਕ ਬੋਰਡ ਨੂੰ ਹੀ ਲੈਣਾ। ਬਲੈਕ ਬੋਰਡ ਕੈਨॉट ਬੀ ਚੇਂਜ ਇਨਟੂ ਲਿਕੁਇਡ, इट इज इम्पॉसिबल। ठीक है, गैसियस के विच ਤੁਸੀਂ ਕਨਵਰਟ ਇੱਕ ਸਾਊਂਡ ਪ੍ਰੋਡਿਊਸ ਕਰਦੇ क्रश कर सकते हैं, बट सॉलिड तो सॉलिड ਚ ਹੋਗਾ। पेपर ਜਿਹੜਾ ਵੀ ਕਦੇ ਵੀ ਪਾਣੀ ਦੇ ਵਿੱਚ ਡਿਸੋਲਵ ਨਹੀਂ ਹੁੰਦਾ ਹੈ ਨਾ। ਤਾਂ ਇਹਦੀ ਕਾਮਨ ਐਗਜ਼ਾਮਪਲ ਹੈ ਜੋ ਬਰਸੋਂ ਤੋਂ ਚੱਲ ਰਹੀ ਹੈ ਆਪਣੀ, ਆਈਸ ਵਾਲੀ। आइस वाटर लिक्विड को इवेपोरेशन। आइस की एक वाटर है, कितों बनते H2O2। आइस के अंदर वेपोरेट हो सकता है, योर आंसर विल बी यस। आइस पानी बन सकता है, यस। पानी वेपोरेट हो सकता है, यस। मतलब इस एग्जांपल अकॉर्डिंग सब कुछ पॉसिबल है। स्टेट्स ऑफ मैटर कैन बी पॉसिबल। और सॉलिड तो लिक्विड बनाने वास्ते अपने ਨੂੰ ਕੀ ਚਾਹੀਦਾ ਹੈ? सॉलिड, लिक्विड, लिक्विड टू सॉलिड टू लिक्विड वास्ते बनाने वास्ते अपने चाहिए है हीट। की चाहिए अपने नु? हीट। ते लिक्विड टू गैसेस बनाने वास्ते भी चाहिए अपने नु हीट। हीट किवें चाहिए? हुण तुसी की करो, बर्फ ले लो, आइस एग्जांपल है नहीं आपा। हुण आइस नु हीट कर लो, ਉਹ वाटर च बन जाएगा। वाटर नु हीट कर लो ਤਾਂ ਉਹ ਕਿਹਦੇ ਬਣ ਜਾਊਗਾ ਆਪਣਾ ਗੈਸੀਅਸ ਫਾਰਮ ਚ, ਤਾਂ ਵੈਪੋਰੇਟ ਹੋ ਕੇ ਉਹ ਉੱਡ ਜਾਊਗਾ। ਤਾਂ ਇਹਦੇ ਲਈ ਸਭ ਲਈ ਕੀ ਚਾਹੀਦੀ ਹੈ ਆਪਣੇ ਨੂੰ? ਹੀਟ। ਕੀ ਚਾਹੀਦੀ ਹੈ? ਹੀਟ, ਤਾਂ ਕਿ ਸੋਲਿਡ ਕਿਹਦੇ ਚ ਕਨਵਰਟ ਹੋ ਜਾਏ? ਲਿਕੁਇਡ। ਲਿਕੁਇਡ ਕਿਹਦੇ ਚ ਹੋ ਜਾਏ? ਗੈਸੀਅਸ ਦੇ ਵਿੱਚ। ਓਕੇ ਸਟੂਡੈਂਟਸ, ਨਾਓ ਨੈਕਸਟ ਇਜ਼ evaporation. What is evaporation? Liquid into vapor at any temperature. ਜਿਹੜਾ ਕਿ liquid to मतलब कि वेपर कन्वर्ट कर दे कोई भी टेंपरेचर से। फॉर एग्जांपल आपा की कपड़े धोने आ, सुका देने आ, सन की आंदा वाटर सुक जाते कपड़े, तो वाटर किथे जाता है? दैट इज वेपोरेट। ओदा वाटर की हो जाता है अपने एयर दे विच मिक्स हो जाता है, वेपोरेट हो जाता है। तो कोई भी टेंपरेचर ते हुण सर्दियां दे विच देखिया जावेगा तो सन रेस घट होंदियां ते सर्दियां विच कपड़े तो सुकदे आ बट लेट सुकदे आ। तो उसी तरह गर्मी दे विच ये कपड़े जरूर लेट होंगे क्योंकि ओदा हीट दा प्रोसेस की हुंदा ज्यादा हुंदा एज कंपेयर टू विंटर सीजन। ओके, दैट इज कॉल्ड वेपोरेशन। नेक्स्ट इज what is the features? You can say that why rate of evaporation increases. Okay, वेपोरेशन इंक्रीज हाउ, मतलब कि ये पॉइंट्स केड़े है कि जिदे ना वेपोरेशन की हो जाए? इंक्रीज हो जाए। फर्स्ट पॉइंट इज इंक्रीज इन सरफेस एरिया। सरफेस एरिया की हो जाए? इंक्रीज हो जाए। इंक्रीज इन टेंपरेचर,
ਓਕੇ ਗਾਇਸ ਵੈਪੋਰੇਸ਼ਨ ਇੰਕਰੀਜ਼ ਕਦੋਂ ਹੋ ਜਾਊਗਾ ਸਰਫੇਸ ਇੰਕਰੀਜ਼ ਜਿਵੇਂ ਹੁਣ ਤੁਸੀਂ ਕੱਪੜੇ ਦੇ ਉੱਤੇ ਕੱਪੜਾ ਪਾ ਲਓ ਤਾਂ ਨੀਚੇ ਵਾਲਾ ਕੱਪੜਾ ਨਹੀਂ ਸੁੱਕੇਗਾ ਉੱਪਰ ਵਾਲਾ ਵੀ ਘੱਟ ਸੁੱਕੇਗਾ ਕਿਉਂਕਿ ਉਹਦੇ ਵਾਟਰ ਕੰਜ਼ਿਊਮ ਉੱਪਰ ਚ ਚਲਾ ਜਾਂਦਾ ਹੈ ਤਾਂ ਸਰਫੇਸ ਏਰੀਆ ਐਵੇਂ ਹੋਣਾ ਚਾਹੀਦਾ ਖੁੱਲਾ 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 ਮਤਲਬ ਕਿ ਦੇ ਸ਼ੁਡ ਹੈਵ ਗੈਪਸ ਬਿਟਵੀਨ them ਜੇ ਉਹਨਾਂ ਦੇ ਵਿੱਚ ਗੈਪਸ ਹੋਣਗੇ ਤਾਂ ਆਪਣੀ ਵੈਪੋਰੇਸ਼ਨ ਇੰਕਰੀਜ਼ ਹੋ ਜੂਗੀ ਜਲਦੀ ਹੋਏਗੀ ਇੰਕਰੀਜ਼ ਇਨ ਟੈਂਪਰੇਚਰ ਜੇ ਧੁੱਪ ਜ਼ਿਆਦਾ ਹੁੰਦੀ ਹੈ ਤਾਂ ਕੱਪੜੇ ਤੁਹਾਡੇ ਕੀ ਬਹੁਤ ਈਜ਼ੀਲੀ ਸੁੱਕ ਜਾਂਦੇ ਤੇ ਐਜ਼ ਕੰਪੇਅਰ ਟੂ winter season I have told you okay decrease in humidity मतलब कि humidity decrease होना for example humidity की ਹੁੰਦਾ water vapor present किथे ਹੁੰਦੇ ਆਪਣੇ air ਦੇ ਵਿੱਚ ਜਿਵੇਂ ਹੁਣ ਮਤਲਬ ਕਿ ਬਾਰਿਸ਼ ਪੈ ਜਾਂਦੀ ਹੈ ਤਾਂ ਅਦੀ ਕੀ ਹੋ ਜਾਂਦੀ ਹਿਊਮਿਡਿਟੀ ਜ਼ਿਆਦਾ ਹੋ ਜਾਂਦੀ ਹੈ ਅੱਜਕੱਲ ਹਿਊਮਿਡਿਟੀ ਜ਼ਿਆਦਾ ਹੈ ਕਿਉਂਕਿ ਜਿਹੜੀ 에ਅਰ ਹੈ cannot be hold more than a defined amounts of solution ਇਹਦੇ ਵਿੱਚ ਕੀ ਹੈ ਜਿਹੜੀ ਅਮਾਉਂਟ ਹੈ ਆਪਣੀ 에ਅਰ ਵੀ ਹੈ ਉਹ ਕੁਝ ਹੱਦ ਤੱਕ ਆਪਣੀ ਮਤਲਬ ਕਿ 에ਅਰ ਸੇ ਕੰਟੇਂਟ ਟੂ ਵਾਟਰ ਦੇ ਕੰਟੇਂਟ ਕੈਰੀ ਕਰ ਸਕਦੀ ਹੈ ਇੱਕ ਥੋੜਾ ਜਿਹਾ ਅਮਾਉਂਟ ਹੁੰਦਾ ਹੈ ਹਿਊਮਿਡਿਟੀ ਫਿਰ ਉਹ ਹੌਲੀ ਹੌਲੀ ਕੰਜ਼ਿਊਮ ਕਰਦੀ ਹੈ ਤਾਂ ਕੀ ਹੋਣਾ ਚਾਹੀਦਾ ਡਿਕਰੀਜ਼ ਇਨ ਹਿਊਮਿਡਿਟੀ ਹੋਣਾ ਚਾਹੀਦਾ ਇਹਦਾ ਡਿਕਰੀਜ਼ ਜਦੋਂ ਹਿਊਮਿਡਿਟੀ ਹੋਊਗੀ ਤਾਂ ਈਜ਼ੀਲੀ ਕੀ ਹੋਊਗਾ ਵੈਪੋਰੇਸ਼ਨ ਹੋਊਗਾ ਇੰਕਰੀਜ਼ ਹੋ ਜਾਊਗਾ ਇਸ ਤੋਂ ਬਾਅਦ ਕਹਿੰਦੇ ਤੁਹਾਨੂੰ ਤੁਸੀਂ ਹੁਣ ਮੈਨੂੰ ਇੱਕ ਗੱਲ ਦੱਸੋ ਕਿ ਜਿਹੜਾ ਟੌਪਿਕਸ ਆਪਾਂ ਕਰ ਰਹੇ ਹਾਂ ਸੋਲਿਡ ਲਿਕੁਇਡ ਗੈਸ ਬਾਰੇ ਪੜ੍ਹ ਰਹੇ ਹਾਂ ਤਾਂ ਇਹਨਾਂ ਦਾ ਟੈਂਪਰੇਚਰ ਕਿੰਨਾ ਚਾਹੀਦਾ ਹੁੰਦਾ ਇਟ ਇਜ਼ ਅਕੋਰਡਿੰਗ ਟੂ देयर ਰੂਮ ਟੈਂਪਰੇਚਰ ਆਪਣੇ ਰੂਮ ਟੈਂਪਰੇਚਰ ਕਿੰਨਾ ਹੈ ਕਿੰਨਾ ਨਹੀਂ ਉਹਦੇ ਤੇ ਡਿਪੈਂਡ ਕਰ ਰਿਹਾ ਹੈ ਜਾਂ ਆਪਾਂ ਉਹਨਾਂ ਨੂੰ ਕਿੰਨੀ ਹੀਟ ਦੇ ਰਹੇ ਹਾਂ that is also depend okay students this chapter is completely complete so ਜਿਨ੍ਹਾਂ ਨੇ ਇਹ ਵੀਡੀਓਜ਼ ਦੇਖੀ ਹੈ ਜਿਨ੍ਹਾਂ ਨੂੰ ਪਸੰਦ ਹੈ ਜਾਂ ETT PTET ਤੇ CTET ਦੇ ਬੱਚੇ ਤਿਆਰੀ ਕਰਨ ਦੇ ਵਿੱਚ ਇੰਟਰਸਟਿਡ ਹੈ ਤਾਂ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਕਰਿਓ ਵੀਡੀਓ ਨੂੰ ਲਾਈਕ ਕਰਿਓ ਤੇ ਜਿਨ੍ਹਾਂ ਨੇ ਆਨਲਾਈਨ ਲੈਕਚਰਸ ਜ਼ਰੂਰ ਲੈਣੀ ਹੈ ਕਲਾਸਿਸ ਲੈਣੀ ਹੈ ਤਾਂ ਪਲੀਜ਼ ਕਮੈਂਟ ਸੈਕਸ਼ਨ ਦੇ ਵਿੱਚ ਦੱਸੋ ਤਾਂ ਅਸੀਂ ਤੁਹਾਨੂੰ ਜ਼ਰੂਰ ਪ੍ਰੋਵਾਈਡ ਕਰਾਂਗੇ ਕਲਾਸਿਸ ਓਕੇ ਸਟੂਡੈਂਟਸ ਥੈਂਕ ਯੂ ਸੋ ਮਚ